ਲੜੀਵਾਰ ਕਥਾ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਆਪਾਂ ਸਰਵਣ ਕਰ ਰਹੇ ਹਾਂ। ਰਾਗ ਧਨਾਸਰੀ ਦੇ ਪਵਿੱਤਰ ਪਾਵਨ ਸ਼ਬਦ ਜੋ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ। 14 ਸ਼ਬਦ ਰਾਗ ਧਨਾਸਰੀ ਦੇ ਪਿੱਛੇ ਗੁਰੂ ਸਾਹਿਬ ਦੀ ਦਇਆ ਨਾਲ ਪੰਜਵੇਂ ਪਾਤਸ਼ਾਹ ਦੇ ਆਪਾਂ ਵਿਚਾਰੇ ਨੇ। 15ਵਾਂ ਸ਼ਬਦ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰ ਰਹੇ ਨੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 674 ਅੰਗ ਤੇ ਪਾਵਨ ਸ਼ਬਦ ਸੁਭਾਏਮਾਨ ਹੈ। ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨ ਸਰਵਣ ਕਰਨ ਤੋਂ ਪਹਿਲਾਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾ। ਹਰ ਹਰ ਲੀਨੇ ਸੰਤ ਉਬਾਰ। ਰਾਗ ਧਨਾਸਰੀ ਹੈ ਔਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਬਦ ਉਚਾਰਦੇ ਨੇ। ਹਰੀ ਨੇ ਜਿਹੜਾ ਹਰ ਇੱਕ ਵਿੱਚ ਵਰਤ ਰਿਹਾ ਹੈ, ਤਿਸ ਨੇ ਆਪਣੇ ਸੰਤਾਂ ਨੂੰ, ਆਪਣੇ ਸੇਵਕਾਂ ਨੂੰ ਆਪ ਖੁਦ ਉਭਾਰਿਆ। ਜਿਵੇਂ ਹੁਕਮਨਾਮੇ 'ਚ ਵੀ ਕਿਹਾ, ਆਪਣੇ ਦਾਸਾਂ ਦੀ ਪੈਜ ਪਰਮੇਸ਼ਰ ਨੇ ਆਪ ਰੱਖੀ। ਇੱਥੇ ਵੀ ਉਹੀ ਬਚਨ ਕਰ ਰਹੇ ਨੇ ਕਿ ਹਰੀ ਨੇ ਆਪਣੇ ਸੇਵਕਾਂ ਤੇ ਆਪਣੇ ਜਨਾਂ ਨੂੰ ਆਪ ਖੁਦ ਉਭਾਰਿਆ। ਖੁਦ ਜੇ ਜੋਗਾ ਸਿੰਘ ਡੋਲਣ ਲੱਗਦਾ ਤੇ ਖੁਦ ਆਪ ਜਾ ਕੇ ਉਸ ਜੋਗਾ ਸਿੰਘ ਨੂੰ ਰੋਕਦੇ ਆ ਬਾਂਹ ਫੜ ਕੇ। ਆਪਣੇ ਜਨਾਂ ਨੂੰ ਖੁਦ ਆਪ ਸਤਿਗੁਰੂ ਜੀ ਉਭਾਰਦੇ ਹਨ, ਆਪ ਬੋੜਦੇ ਨੇ। ਐਸਾ ਨਹੀਂ ਕਿਸੇ ਦੂਜੇ ਤੇ ਛੱਡ ਦੇਣ, ਕਿਸੇ ਦੂਸਰੇ ਤੇ ਨਿਰਭਰ ਕਰ ਦੇਣ। ਅਗਰ ਸਾਨੂੰ ਬਾਹਰੀ ਰੂਪ ਰੰਗ ਕਰਕੇ ਕੋਈ ਦੂਸਰਾ ਦਿਸਦਾ ਵੀ ਹੈ, ਪਰ ਉਹਦੇ 'ਚ ਵਰਤ ਸਤਿਗੁਰੂ ਜੀ ਰਹੇ ਹੁੰਦੇ ਆ। ਅਸੀਂ ਕਹਿੰਦੇ ਫਲਾਣੇ ਬੰਦੇ ਨੇ ਸਾਡਾ ਕੰਮ ਕੀਤਾ, ਅੜਿਆ ਹੋਇਆ ਸੀ। ਉਹ ਬੰਦਾ ਮਨੁੱਖ ਬਹਾਨਾ ਬਣਿਆ, ਕਰਨ ਵਾਲਾ ਤਾਂ ਗੁਰੂ ਸੀ। ਠੀਕ ਆ, ਉਹਦਾ ਧੰਨਵਾਦ ਹੈ, ਸ਼ੁਕਰ ਜ਼ਰੂਰ ਹੈ, ਪਰ ਕਰਤਾ ਗੁਰੂ ਹੈ, ਪਰਮੇਸ਼ਰ ਹੈ। ਹਰ ਵੇਲੇ ਸਿੱਖ ਦੀ ਦ੍ਰਿਸ਼ਟੀ ਆਪਣੇ ਮਾਲਕ ਤੇ ਆਪਣੇ ਸਾਹਿਬ ਤੇ ਲੱਗੀ ਰਹਿੰਦੀ ਹੈ। ਆਪਣੇ ਸਵਾਮੀ ਤੋਂ, ਆਪਣੇ ਗੁਰੂ ਤੋਂ ਬਿਨਾਂ ਕਿਸੇ ਦੂਜੇ ਨੂੰ ਕਰਤਾ ਨਹੀਂ ਮੰਨਦਾ। ਜੇ ਗੁਰੂ ਨੇ ਪ੍ਰੇਰਿਆ ਤਾਂ ਉਹ ਆਇਆ, ਜੋ ਪ੍ਰੇਰਦਾ ਹੀ ਨਾ ਤਾਂ ਉਹ ਮਦਦ ਲਈ ਕਿਵੇਂ ਆਉਂਦਾ। ਸਤਿਗੁਰੂ ਜੀ ਨੇ ਉਹਦੇ ਅੰਦਰ ਨਿਯੰਤਾ ਬਣ ਕੇ ਉਹਨੂੰ ਪ੍ਰੇਰਨਾ ਕੀਤੀ, ਜਾ ਵੀ ਫਲਾਣੇ ਲੋਕ ਬੰਦੇ ਦੀ ਮਦਦ ਕਰਨੀ, ਉਹਦੀ ਸਹਾਇਤਾ ਕਰਨੀ। ਇਸ ਕਰਕੇ ਜਿੱਥੇ ਕਿੱਥੇ ਵੀ ਸਿੱਖ ਨੂੰ ਉਭਾਰਿਆ, ਪਰਮੇਸ਼ਰ ਨੇ ਆਪ ਉਭਾਰਿਆ, ਆਪ ਰੱਖਿਆ। ਆਪਣੇ ਸੇਵਕ ਕੀ ਆਪੇ ਰੱਖ, ਆਪ ਰੱਖਦਾ ਵਾ। ਕਿਸੇ ਰਾਜੇ ਨੇ ਇੱਕ ਮਹਾਤਮਾ ਦੇ ਕੋਲ ਸ਼ੰਕਾ ਕੀਤਾ, ਕਹਿੰਦਾ ਰੱਬ ਇੰਨਾ ਹੀ ਵਿਹਲਾ ਵੀ ਆਪਣੇ ਭਗਤਾਂ ਦੇ ਕੱਲੇ ਕੱਲੇ ਦੇ ਕੰਮ 'ਚ ਆਪ ਆਉਂਦਾ, ਉਹ ਆਪਣੇ ਨੌਕਰ ਚਾਕਰ ਕਿਉਂ ਨਹੀਂ ਭੇਜਦਾ, ਕਿਸੇ ਦੇਵੀ ਦੇਵਤੇ ਨੂੰ ਕਿਉਂ ਨਹੀਂ ਭੇਜਦਾ, ਆਪ ਹੀ ਕਿਉਂ ਆਉਂਦਾ। ਮਹਾਤਮਾ ਕਹਿਣ ਲੱਗੇ, ਇਹਦਾ ਜਵਾਬ ਰਾਜੇ ਨੂੰ ਕੁਝ ਸਮਾਂ ਠਹਿਰ ਕੇ ਦਿਆਂਗੇ। ਕਈ ਸਵਾਲ ਐਸੇ ਹੁੰਦੇ ਨੇ ਜਿਨ੍ਹਾਂ ਸਵਾਲਾਂ ਦਾ ਜਵਾਬ ਅਸੀਂ ਚਾਹੁੰਦੇ ਹਾਂ, ਪਰ ਅੱਜ ਹੀ ਨਹੀਂ ਮਿਲਣਾ। ਕਈ ਸਵਾਲ ਸਮੇਂ ਤੇ ਛੱਡਣੇ ਪੈਂਦੇ ਨੇ, ਸਮੇਂ ਨਾਲ ਉਹਨਾਂ ਸਵਾਲਾਂ ਦਾ ਜਵਾਬ ਆਪਣੇ ਆਪ ਮਿਲ ਜਾਂਦਾ। ਪਰ ਅਸੀਂ ਉਤਾਵਲੇ ਹੋ ਕੇ ਕਹਿੰਦੇ ਨਹੀਂ, ਹੁਣੇ ਪਤਾ ਲੱਗਣਾ ਚਾਹੀਦਾ, ਉਹਦੇ ਲਈ ਵਿਵਾਦ ਪੈਦਾ ਕਰ ਦਿੰਦੇ। ਬਹੁਤ ਸਾਰੇ ਸਵਾਲ ਜਦੋਂ ਜਗਿਆਸੂ ਚੱਲਦਾ ਰਸਤੇ ਦੇ ਉੱਤੇ, ਉਹਦੇ ਅੰਦਰ ਉੱਠਦੇ ਨੇ।
ਸਿੱਖ ਧਰਮ ਵੱਲ ਜਦੋਂ ਕੋਈ ਵੀ ਪ੍ਰਾਣੀ ਨਵਾਂ ਨਵਾਂ ਟੁਰਦਾ, ਸਵਾਲ ਹੁੰਦੇ ਆ ਮਨ 'ਚ, ਪਰ ਜੇ ਉਹਨਾਂ ਸਵਾਲਾਂ ਨੂੰ ਕਹੇ ਵੀ ਇੱਕ ਦਿਨ ਅੱਜ ਮੈਂ ਅੰਮ੍ਰਿਤ ਛਕਿਆ ਤੇ ਅੱਜ ਹੀ ਮੈਨੂੰ ਨਾ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣ, ਤੇ ਅਸੰਭਵ ਹੈ। ਜਿਵੇਂ ਜਿਵੇਂ ਸਾਧਨਾ ਚਲਦੀ ਚਲੇਗੀ, ਸੰਗਤ ਕਰਦਾ ਚਲਾ ਜਾਏਗਾ, ਗੁਰਮੁਖਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ, ਗੁਰਸਿੱਖਾਂ ਦੀ ਸ਼ੋਭਤ ਵਿੱਚ ਰਹੇਗਾ, ਤਿਵੇਂ ਤਿਵੇਂ ਸਾਰੇ ਸਵਾਲਾਂ ਦੇ ਜਵਾਬ ਮਿਲਦੇ ਚਲੇ ਜਾਂਦੇ। ਇਸ ਕਰਕੇ ਕੁਝ ਸਵਾਲ ਸਮੇਂ ਤੇ ਵੀ ਛੱਡਣੇ ਚਾਹੀਦੇ ਨੇ। ਸੰਤ ਜੀ ਨੇ ਕਿਹਾ, ਰਾਜਨ ਇਹਦਾ ਜਵਾਬ ਹਾਲੇ ਨਹੀਂ ਤੈਨੂੰ ਦੇ ਸਕਦੇ। ਕੁਝ ਸਮਾਂ ਬੀਤਿਆ, ਰਾਜੇ ਦਾ ਇੱਕ ਬਾਲਕ ਸੀ, ਸਾਲ ਦਾ ਹੋ ਗਿਆ, ਉਹਦਾ 1 ਸਾਲ ਦਾ ਉਹਨੇ ਜਨਮ ਦਿਨ ਮਨਾਉਣਾ ਸੀ ਬੱਚੇ ਦਾ। ਉਹ ਰਾਜਾ ਉਹਨਾਂ ਸੰਤਾਂ ਦਾ ਸ਼ਰਧਾਲੂ ਸੀ, ਉਹਨਾਂ ਨੂੰ ਸੱਦਾ ਭੇਜਿਆ ਵੀ ਤੁਸੀਂ ਵੀ ਆਉਣਾ, ਆਸ਼ੀਰਵਾਦ ਦੇਣਾ ਮੇਰੇ ਬੱਚੇ, ਸਾਲ ਦਾ ਹੋ ਗਿਆ। ਸੰਤ ਜੀ ਆਏ, ਉਸ ਬੱਚੇ ਨੂੰ ਜਿਹੜਾ ਦਾਸੀ ਖਿਡਾਉਣ ਵਾਲੀ ਸੀ ਉਹਨੂੰ ਕਹਿ ਦਿੱਤਾ ਕਿ ਬੱਚਾ ਸੁੱਤਾ ਹੈ, ਤੂੰ ਉਹਦੀ ਜਗ੍ਹਾ ਤੇ ਮੇਰੀ ਗੋਦੀ ਵਿੱਚ ਇੱਕ ਛੋਟਾ ਜਿਹਾ ਪੁਤਲਾ ਬਣਾ ਕੇ ਕੱਪੜਿਆਂ 'ਚ ਲਪੇਟ ਕੇ ਦੇ ਦੇ, ਚਾਦਰ 'ਚ। ਉਹ ਦਾਸੀ ਲੈ ਕੇ ਆਈ, ਰਾਜੇ ਨੂੰ ਏਦਾਂ ਹੀ ਜਾਪੇ ਵੀ ਮੇਰੇ ਪੁੱਤ ਨੂੰ, ਬੱਚੇ ਨੂੰ ਲੈ ਕੇ ਆਈ ਹੈ, ਸੁੱਤਾ ਹੋਣਾ। ਇਸ਼ਾਰਾ ਕੀਤਾ, ਸੰਤਾਂ ਦੀ ਗੋਦੀ 'ਚ ਦਿਓ, ਆਸ਼ੀਰਵਾਦ ਦੇਣ। ਸੰਤ ਜੀ ਨੇ, ਉਹ ਤਾਂ ਪੁਤਲਾ ਸੀ, ਪਹਿਲਾਂ ਗੱਲ ਹੋ ਚੁੱਕੀ ਸੀ। ਲਾਗੇ ਹੀ ਇੱਕ ਉਹ ਪਾਣੀ ਦਾ ਫੁਹਾਰੇ ਦਾ ਇੱਕ ਤਲਾਬ ਸੀ, ਸੰਤਾਂ ਨੇ ਚੁੱਕ ਕੇ ਉਹ ਪੁਤਲਾ ਪਾਣੀ 'ਚ ਸੁੱਟ ਦਿੱਤਾ। ਰਾਜੇ ਨੇ ਸਣੇ ਕੱਪੜੇ ਛਾਲ ਮਾਰੀ, ਭੱਜ ਕੇ ਵੇਖਿਆ ਤਾਂ ਉਹ ਤਾਂ ਪੁਤਲਾ ਸੀ। ਬਾਹਰ ਆਇਆ ਰਾਜਾ, ਕਹਿੰਦਾ ਸੰਤ ਜੀ ਇਹ ਕੀ ਮਜ਼ਾਕ ਹੈ? ਕਹਿੰਦੇ ਕੋਈ ਦਿਨ ਪਹਿਲਾਂ ਤੂੰ ਕੀਤਾ ਸੀ, ਅੱਜ ਮੈਂ ਕਰ ਲਿਆ ਤਾਂ ਕੀ ਹੋ ਗਿਆ? ਜੇ ਕਿਸੇ ਨੂੰ ਮਜ਼ਾਕ ਕਰੀਏ ਤੇ ਮਜ਼ਾਕ ਬਰਦਾਸ਼ਤ ਕਰਨ ਦਾ ਵੀ ਮਾਦਾ ਰੱਖੀਦਾ। ਕੋਈ ਦਿਨ ਪਹਿਲਾਂ ਤੂੰ ਮਜ਼ਾਕ ਕੀਤਾ ਸੀ, ਅੱਜ ਅਸੀਂ ਕਰ ਲਿਆ। ਕਹਿੰਦਾ ਜੀ ਮੈਂ ਕੀ ਮਜ਼ਾਕ ਕੀਤਾ? ਕਹਿੰਦੇ ਤੂੰ ਵੀ ਪੁੱਛਿਆ ਸੀ ਨਾ ਵੀ ਰੱਬ ਆਪ ਕਿਉਂ ਬੌੜਦਾ, ਨੌਕਰ ਚਾਕਰ ਭੇਜ ਦਿੰਦਾ, ਅੱਜ ਤੂੰ ਕਿਉਂ ਆਪ ਛਾਲ ਮਾਰੀ? ਇੰਨੇ ਵਜ਼ੀਰ ਸਿਪਾਹੀ ਖੜੇ ਸੀ, ਕਿਸੇ ਨੂੰ ਕਹਿੰਦਾ ਕੱਢੋ? ਕਹਿੰਦਾ ਸਮਝ ਗਿਆ। ਪਰਮੇਸ਼ਰ ਲਈ ਉਹਦੇ ਭਗਤ, ਉਹਦੇ ਸੇਵਕ, ਗੁਰੂ ਲਈ ਉਹਦੇ ਸਿੱਖ ਪੁੱਤਰ ਹਨ। ਤਿੰਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋਤ ਚਾਰ। ਇਸ ਕਰਕੇ ਖੁਦ ਆਪ ਉਭਾਰਦਾ, ਆਪ। ਤੇ ਸਿੱਖ ਦਾ ਵੀ ਇਹੀ ਨਿਸ਼ਚੈ ਕਿ ਮੇਰਾ ਮਾਲਕ ਆਪ ਆਇਆ, ਆਪ ਬੋੜਿਆ। ਤੋ ਆਪਣੇ ਸੰਤ ਜਨਾਂ ਨੂੰ ਹਰੀ ਨੇ ਖੁਦ ਆਪ ਉਭਾਰਿਆ ਹੈ, ਰੱਖਿਆ ਹੈ। ਹਰ ਕੇ ਦਾਸ ਕੇ ਚਿਤਵੈ ਪੁਰਿਆਏ, ਤਿਸਹੇ ਕਉ ਫਿਰ ਮਾਰ। ਜਿਹੜਾ ਹਰੀ ਦੇ ਦਾਸ ਦੀ ਬੁਰਿਆਈ ਚਿਤਵਦਾ, ਪਰਮੇਸ਼ਰ ਦੇ ਪਿਆਰਿਆਂ ਦਾ ਕੋਈ ਬੁਰਾ ਚਿਤਵਦਾ ਵੀ ਉਹਦੀ ਹਾਨੀ ਕਰਨੀ, ਨੁਕਸਾਨ ਕਰਨਾ, ਉਹਨੂੰ ਪਰਮੇਸ਼ਰ ਮਰਿਆਂ ਵਿੱਚ ਗਿਣ ਦਿੰਦਾ ਵੀ ਇਹ ਮਰਿਆ ਹੋਇਆ ਮਨੁੱਖ ਹੈ ਜਿਹੜਾ ਰੱਬ ਦੇ ਪਿਆਰਿਆਂ ਦਾ ਵੀ ਨੁਕਸਾਨ ਕਰਨਾ ਚਾਹੁੰਦਾ। ਉਹ ਭਾਵੇਂ ਸਰੀਰਕ ਤੌਰ ਤੇ ਜੀਵਦਾ ਹੋਵੇ ਪਰ ਅੰਦਰੋਂ ਮਰ ਜਾਂਦਾ। ਉਹਦੇ ਅੰਦਰ ਈਰਖਾ ਦਵੈਸ਼ ਦੀ ਅੱਗ ਇੰਨੀ ਜ਼ਿਆਦਾ ਹੁੰਦੀ ਹੈ ਵੀ ਸੜਦਾ ਤੇ ਕਰਜਦਾ ਹੀ ਰਹਿੰਦਾ, ਮਰਿਆ ਹੀ ਹੋਇਆ। ਜਿਵੇਂ ਮੁਰਦਾ ਚਿਖਾ ਤੇ ਸੜਦਾ ਰਹਿੰਦਾ, ਉਹ ਦਵੈਸ਼ ਵਿੱਚ ਸੜਦਾ ਰਹਿੰਦਾ। ਬਾਬੇ ਪ੍ਰਿਥੀ ਚੰਦ ਦੀ ਇਹੀ ਬਿਰਤੀ ਸੀ। ਗੁਰੂ ਅਰਜਨ ਦੇਵ ਸਾਹਿਬ ਦੇ ਪਾਤਸ਼ਾਹ ਜੀ ਦਾ ਵੱਡਾ ਭਰਾ ਹੈ, ਪਰ ਈਰਖਾ
ਈਰਖਾ ਦੀ ਅੱਗ 'ਚ ਸੜਦਾ ਰਹਿੰਦਾ, ਯਤਨ ਕਰਦਾ ਸੀ ਕਿਵੇਂ ਗੁਰੂ ਜੀ ਨੂੰ ਨੁਕਸਾਨ ਪਹੁੰਚਾਵਾਂ। ਕਦੇ ਸੁਲੀ ਖਾਂ ਨੂੰ ਲਿਆਉਂਦਾ, ਸੁਲਭੀ ਖਾਂ ਨੂੰ ਲਿਆਉਂਦਾ, ਕਦੇ ਚੰਦੂ ਨਾਲ ਯਾਰੀ ਪਾਉਂਦਾ। ਹੇਹਰ ਪਿੰਡ ਸੀ ਜਿੱਥੇ ਰਹਿੰਦਾ ਸੀ, ਉੱਥੇ ਮਰ ਮੁੱਕ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਵੇਖ ਕੇ ਇਹਦੇ ਕੋਲੋਂ ਜਰਿਆ ਨਹੀਂ ਸੀ ਜਾਂਦਾ। ਇੱਥੇ ਉਧਰ ਵੀ ਇਸ਼ਾਰਾ ਹੈ, ਪਰ ਸ਼ਬਦ ਜੋ ਗੁਰਦੇਵ ਨੇ ਉਚਾਰਨ ਕੀਤੇ ਨੇ, ਜੋ ਉਸ ਵੇਲੇ ਦੇ ਸਮੇਂ ਦੀਆਂ ਪਰਿਸਥਿਤੀਆਂ ਨੂੰ ਮੱਦੇ ਰੱਖ ਕੇ ਉਚਾਰਨ ਕੀਤੇ ਨੇ, ਉਹ ਪਰਿਸਥਿਤੀਆਂ ਕੇਵਲ ਉਸ ਵੇਲੇ ਹੀ ਨਹੀਂ ਸਨ, ਉਹ ਪਰਿਸਥਿਤੀਆਂ ਸਮਾਜ ਵਿੱਚ ਹਰ ਵੇਲੇ ਬਣਦੀਆਂ ਨੇ। ਜੋ ਉਸ ਵਕਤ ਰਾਜੇ ਸ਼ੀ ਮੁਕੱਦਮ ਕੁੱਤੇ ਮਹਾਰਾਜ ਜੀ ਕਹਿੰਦੇ ਆ, ਤੇ ਕੇਵਲ ਉਸ ਵੇਲੇ ਦਾ ਹੀ ਪਰਿਸਥਿਤੀ ਨਹੀਂ ਸੀ। ਉਹ ਪਾਵਨ ਪੰਕਤੀ ਜੋ 500 ਸਾਲ ਪਹਿਲਾਂ ਮਹਾਰਾਜ ਜੀ ਨੇ ਕਹੀ, ਅੱਜ ਵੀ ਉਹ ਪਰਿਸਥਿਤੀਆਂ ਹੁੰਦੀਆਂ ਨੇ। ਰਾਜੇ ਸ਼ੀ ਹੁੰਦੇ ਨੇ, ਉਹਨਾਂ ਦੇ ਜਿਹੜੇ ਅੱਗੇ ਕੰਮ ਕਰਨ ਵਾਲੇ ਕਰਿੰਦੇ ਨੇ, ਉਹ ਕੁੱਤੇ ਮੂੰਹ ਹੋ ਕਰਕੇ ਲੋਕਾਂ ਨੂੰ ਖਾਂਦੇ ਨੇ। ਤੋ ਸਾਹਿਬ ਜੀ ਦੇ ਸ਼ਬਦ ਜਿਹੜੇ ਨੇ, ਹਮੇਸ਼ਾ ਜਿਹੜੀਆਂ ਪਰਿਸਥਿਤੀਆਂ ਸਮਾਜ ਵਿੱਚ ਹੁੰਦੀਆਂ ਬਣਦੀਆਂ ਨੇ, ਉਹਨਾਂ ਲਈ ਗੁਰਦੇਵ ਜੀ ਨੇ ਇਹ ਸ਼ਬਦ ਉਚਾਰਨ ਕੀਤੇ ਨੇ। ਤੋ ਅੱਜ ਵੀ ਨੇ, ਉਦੋਂ ਵੀ ਸੀ। ਰੱਬ ਦੇ ਪਿਆਰਿਆਂ ਦੀ ਹਾਨੀ ਕਰਨ ਲਈ, ਉਹਨਾਂ ਦਾ ਨੁਕਸਾਨ ਕਰਨ ਲਈ, ਉਹਨਾਂ ਨੂੰ ਦੁੱਖ ਦੇਣ ਲਈ ਉਦੋਂ ਵੀ ਹੁੰਦੇ ਸਨ, ਅੱਜ ਵੀ ਨੇ। ਅੱਜ ਵੀ ਲੋਕਾਂ ਦੀ ਇਹ ਬਿਰਤੀ ਹੁੰਦੀ ਹੈ, ਬਹੁਤਿਆਂ ਦੀ। ਕਿਸ ਸਾਧੂ ਦਾ, ਇਸ ਮਹਾਤਮਾ ਦਾ ਬੜਾ ਪ੍ਰਤਾਪ ਹੈ, ਕਿਵੇਂ ਇਹਨੂੰ ਹੇਠਾਂ ਲਾਈਏ, ਕਿਵੇਂ ਇਹਦੀ ਭੰਡੀ ਕਰੀਏ। ਤੋ ਰੱਬ ਦੇ ਪਿਆਰਿਆਂ ਦਾ ਅਗਰ ਕੋਈ ਬੁਰਾ ਚਿਤਵਦਾ ਹੈ ਜਾਂ ਉਹਨਾਂ ਦਾ ਕੋਈ ਨੁਕਸਾਨ ਕਰਨਾ ਚਾਹੁੰਦਾ ਹੈ, ਉਹਨਾਂ ਦਾ ਕੀ ਨੁਕਸਾਨ ਹੋਣਾ ਜਿਨ੍ਹਾਂ ਦਾ ਰਾਖਾ ਪਰਮੇਸ਼ਰ ਹੈ। ਸਗੋਂ ਉਹਨਾਂ ਨੂੰ ਦੁੱਖ ਦੇਣ ਵਾਲੇ, ਤਕਲੀਫ ਦੇਣ ਵਾਲੇ ਜਿਹੜੇ ਲੋਕ ਨੇ, ਪਰਮੇਸ਼ਰ ਉਹਨਾਂ ਨੂੰ ਮਾਰ ਦਿੰਦਾ। ਉਹ ਮਰੇ ਹੀ ਹੋਏ ਨੇ, ਆਤਮਿਕ ਮੋਤੇ ਤਾਂ ਮਰੇ ਹੀ ਹੋਏ ਨੇ, ਅੰਦਰੋਂ ਤਾਂ ਮਰੇ ਹੀ ਹੋਏ ਨੇ। ਜਿਉਂਦੇ ਹੁੰਦੇ ਤੇ ਨਿਰਵੈਰਾਂ ਨਾਲ ਵੈਰ ਨਾ ਰਚਾਉਂਦੇ, ਨਿਰਵੈਰਾਂ ਨਾਲ ਵੈਰ ਨਾ ਰਚਾਉਂਦੇ, ਮਰੇ ਹੋਏ ਨੇ ਤਦੇ ਹੀ ਵੈਰ ਰਚੀ ਬੈਠੇ ਨੇ ਰੱਬ ਦੇ ਪਿਆਰਿਆਂ। ਇਸ ਕਰਕੇ ਸਾਧਕ ਜਨ, ਜਗਿਆਸੂ ਜਨ ਕਦੇ ਵੀ ਕਿਸੇ ਮਹਾਂਪੁਰਸ਼ ਦੇ ਬਾਬਤ ਆਪਣੇ ਹਿਰਦੇ ਵਿੱਚ ਮੰਦਾ ਨਹੀਂ ਚਿਤਵਦੇ, ਉਹਨਾਂ ਪ੍ਰਤੀ ਸਤਿਕਾਰ ਦਾ ਭਾਵ ਰੱਖਦੇ। ਇਹੋ ਜਿਹੀ ਬਿਰਤੀ ਹੈ ਉਹਨਾਂ ਦੀ। ਪਰ ਦੂਜੇ ਪਾਸੇ ਜਿਹੜੇ ਮਨਮੁਖ ਲੋਕ ਨੇ, ਉਹ ਕਦੇ ਮੌਕਾ ਨਹੀਂ ਗਵਾਉਂਦੇ। ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ, ਕਿਵੇਂ ਅਸੀਂ ਇਹਨਾਂ ਸਤਿਪੁਰਸ਼ਾਂ ਦੀ ਨਿੰਦਾ ਕਰੀਏ। ਕੋਈ ਨਾ ਕੋਈ ਬਹਾਨਾ ਉਹਨਾਂ ਨੇ। ਇਹੋ ਜਿਹੇ ਸਾਕਤ ਤੇ ਦੁਰਜਨ ਲੋਕ ਪੈਦਾ ਹੋ ਚੁੱਕੇ ਨੇ ਕਿ ਜਿਹੜੇ ਮਹਾਤਮਾ, ਮਹਾਂਪੁਰਸ਼ ਸੰਸਾਰ ਦੇ ਜੀਵਾਂ ਦਾ ਭਲਾ ਕਰਦਿਆਂ, ਨੇਕਾਂ ਦਾ ਭਲਾ ਕਰਦਿਆਂ ਸੰਸਾਰ ਤੋਂ ਜਾ ਚੁੱਕੇ ਨੇ, ਰੱਬ ਦੇ ਘਰ ਵਿੱਚ ਨਿਵਾਸ ਕਰ ਚੁੱਕੇ ਨੇ। ਉਹਨਾਂ ਮਹਾਂਪੁਰਸ਼ਾਂ ਦਾ ਨਾਂ ਲੈ ਲੈ ਕੇ ਵੀ ਕਈ ਲੋਕ ਨਿੰਦਾ ਕਰਦੇ ਨੇ। ਉਹ ਵੀ ਮਾੜੇ ਸੀ, ਉਹ ਵੀ ਮਾੜੇ ਸੀ। ਪਿੰਡ ਦੇ ਵਿੱਚ ਕੋਈ ਭੱਦੇ ਤੋਂ ਭੱਦਾ ਬੰਦਾ ਮਰਿਆ ਹੋਵੇ ਨਾ, ਪਾਪੀ, ਲੋਕ ਉਹਦੇ ਮਰਨ ਤੋਂ ਬਾਅਦ ਉਹਨੂੰ ਵੀ ਮਾੜਾ ਨਹੀਂ ਕਹਿੰਦੇ। ਕਹਿੰਦੇ ਜੋ ਮਰ ਗਿਆ ਹੁਣ ਕੀ ਕਹਿਣਾ। ਮੈਂ ਇੱਕ ਕਹਾਵਤ ਹਮੇਸ਼ਾ ਸੁਣੀ ਹੈ ਲੋਕਾਂ ਦੇ ਮੂੰਹ ਤੋਂ। ਉਹ ਕਹਿੰਦੇ ਉਹਦਾ ਮੂੰਹ ਕੱਜਿਆ, ਸਾਡਾ ਨੰਗਾ ਹੈ। ਉਹ ਤਾਂ ਮਰ ਗਿਆ, ਕੱਜਿਆ ਗਿਆ ਮੂੰਹ ਉਹਦਾ ਗਿਆ, ਸਾਡਾ ਨੰਗਾ, ਪਤਾ ਨਹੀਂ ਹਾਲੇ ਕੀ ਹੋਣਾ, ਕੀ ਬਣਨਾ, ਅਸੀਂ ਕਿੱਥੇ ਜਾ ਡਿੱਗਣਾ, ਕਿਆ ਪਤਾ। ਤੇ ਲੋਕ ਜਿਹੜੇ ਸਾਰੀ ਜ਼ਿੰਦਗੀ ਭਜਨ ਕਰਦੇ ਆ, ਆਪਣਾ ਜੀਵਨ ਬਤੀਤ ਕਰ ਗਏ ਮਹਾਂਪੁਰਸ਼,
ਉਹਨਾਂ ਦਾ ਨਾਂ ਲੈ ਕੇ ਵੀ ਨਿੰਦਾ ਕਰਨ ਲੱਗ ਪਏ ਔਰ ਮੀਡੀਆ ਤੇ ਬਹਿ ਬਹਿ ਕੇ ਨਿੰਦਾ ਕਰਦੇ ਨੇ। ਸੰਤ ਗੁਰਬਚਨ ਸਿੰਘ ਜੀ ਜੈਸੇ ਮਹਾਂਪੁਰਸ਼ ਜਿਨ੍ਹਾਂ ਸੈਂਕੜੇ ਵਿਦਿਆਰਥੀਆਂ ਨੂੰ ਪੜ੍ਹਾਇਆ, ਅੱਜ ਵੀ ਉਹਨਾਂ ਦੀ ਸੰਗਤ ਕਰਨ ਵਾਲੇ ਗੁਰਮੁਖ ਆਤਮ ਗਿਆਨੀ ਹਨ, ਬ੍ਰਹਮ ਗਿਆਨੀ। ਤੇ ਭੱਦੇ ਪੁਰਸ਼ ਉਹਨਾਂ ਦਾ ਨਾਂ ਲੈ ਕੇ ਵੀ ਉਹਨਾਂ ਦੀ ਨਿੰਦਾ ਕਰਦੇ। ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨ ਵਾਲਾ, ਉਹਨਾਂ ਨੂੰ ਹਾਨੀ ਪਹੁੰਚਾਉਣ ਵਾਲਾ, ਉਹਨਾਂ ਦਾ ਬੁਰਾ ਕਰਨ ਵਾਲਾ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਰੱਬ ਖੁਦ ਮਾਰਦਾ ਹੈ। ਹਰ ਕੇ ਦਾਸ ਕੀ ਚਿਤਵੈ ਬੁਰਿਆਈ ਤਿਸਹੀ ਕੋ ਫਿਰ ਮਾਰ। ਜਿਹੜਾ ਹਰੀ ਦੇ ਦਾਸਾਂ ਦੀ ਬੁਰਿਆਈ ਚਿਤਵਦਾ ਹੈ, ਪਰਮੇਸ਼ਰ ਖੁਦ ਉਹਨੂੰ ਮਾਰਦਾ। ਹਰਨਾਕਸ਼ ਦਾ ਵੱਧ ਕਰਨ ਲਈ ਖੁਦ ਆਪ ਪਰਮੇਸ਼ਰ ਨਰਸਿੰਘ ਰੂਪ ਹੋ ਕੇ ਆਇਆ, ਮੇਰੇ ਭਗਤ ਨੂੰ ਮਾਰਦਾ। ਜੋ ਜੋ ਤੁਮਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਇਹ ਬਚਨ ਹੈ। ਹਾਂਜੀ। ਰਹਾਉ ਜਨ ਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ। ਜਨਾਂ ਦਾ ਸਹਾਈ ਖੁਦ ਆਪ ਹੈ ਵਾਹਿਗੁਰੂ ਪਰਮੇਸ਼ਰ, ਆਪਣੇ ਜਨਾਂ ਦਾ। ਪਰਮੇਸ਼ਰ ਦੇ ਜਿਹੜੇ ਜਨ ਨੇ ਉਹਨਾਂ ਦਾ ਸਹਾਈ, ਉਹਨਾਂ ਦਾ ਮਦਦਗਾਰ ਖੁਦ ਆਪ ਅਕਾਲ ਪੁਰਖ ਪਰਮੇਸ਼ਰ ਹੈ। ਔਰ ਜਿਹੜੇ ਨਿੰਦਕ ਨੇ, ਨਿੰਦਾ ਕਰਨ ਵਾਲੇ, ਉਹ ਹਾਰ ਕੇ ਭੱਜ ਗਏ। ਨਿੰਦਾ ਕਰਦੇ ਨੇ ਰੱਬ ਦੇ ਪਿਆਰਿਆਂ ਦੀ, ਪਰ ਕਿੰਨਾ ਕੁ ਚਿਰ ਕਰਨਗੇ? ਆਖਰਕਾਰ ਉਹਨਾਂ ਨੂੰ ਹਾਰ ਕੇ ਭੱਜਣਾ ਪੈਂਦਾ, ਨੱਠਣਾ ਪੈਂਦਾ। ਕਹਿੰਦੇ ਭੱਜ ਗਏ ਹਾਰ ਕੇ ਉਹ ਨਿੰਦਕ। ਹਾਂਜੀ। ਭ੍ਰਮਤ ਭ੍ਰਮਤ ਊਹਾ ਹੀ ਮੂਏ ਬਹੁੜ ਗ੍ਰਹਿ ਨਾ ਮੰਝਾਰ। ਇਦਾਂ ਦੇ ਮਨਮੁਖ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨ ਵਾਲੇ ਨਿੰਦਕ ਜਨਮ ਮਰਨ ਦੇ ਚੱਕਰਾਂ ਵਿੱਚ ਭਰਮਦਿਆਂ ਮਰਦੇ ਚਲੇ ਗਏ, ਮਰਦੇ ਚਲੇ ਗਏ। ਉਹਨਾਂ ਨੂੰ ਮੁੜ ਕੇ ਆਪਣੇ ਨਿਜ ਸਰੂਪ ਰੂਪੀ ਘਰ ਵਿੱਚ ਥਾਂ ਨਹੀਂ ਮਿਲੀ। ਪ੍ਰਿਥਿਆ ਜਿਉਂ ਭਰਮਿਆ, ਕਦੇ ਦਿੱਲੀ ਜਾਇਆ ਕਰੇ, ਕਦੇ ਲਾਹੌਰ ਜਾਇਆ ਕਰੇ, ਕਦੇ ਚੰਦੂ ਨੂੰ ਜਾ ਮਿਲਿਆ ਕਰੇ ਵੀ ਮੈਂ ਦਰਬਾਰ ਸਾਹਿਬ ਤੇ ਕਬਜ਼ਾ ਕਰਨਾ। ਮਹਾਰਾਜ ਜੀ ਕਹਿੰਦੇ ਬਾਹਰ ਹੀ ਭਰਮ ਕੇ ਮਰ ਗਿਆ, ਉਹਨੂੰ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਚ ਮੁੜ ਵਸਣਾ ਨਸੀਬ ਨਹੀਂ ਹੋਇਆ। ਹਾਂਜੀ। ਨਾਨਕ ਸ਼ਰਨ ਪਰਿਓ ਦੁਖ ਭੰਜਨ ਗੁਣ ਗਾਵੇ ਸਦਾ ਅਪਾਰ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਮੈਂ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਪੈਂਦਾ ਹਾਂ ਜੋ ਦੁੱਖਾਂ ਨੂੰ ਭੰਨਣ ਵਾਲਾ ਹੈ। ਦੁੱਖਾਂ ਨੂੰ ਭੰਨਣ ਵਾਲੇ ਵਾਹਿਗੁਰੂ ਦੀ ਸ਼ਰਨ ਵਿੱਚ ਹਾਂ, ਔਰ ਉਸੇ ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦਾ ਹਾਂ। ਹਾਂਜੀ। ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰ। ਨਿੰਦਕਾਂ ਦਾ ਮੂੰਹ ਤਾਂ ਦੋਨਾਂ ਜਹਾਨਾਂ ਵਿੱਚ ਕਾਲਾ ਹੁੰਦਾ। ਜਿਹੜੇ ਆਮ ਲੋਕਾਂ ਦੀ ਵੀ ਨਿੰਦਾ ਕਰਦੇ ਆ, ਉਹਨਾਂ ਦਾ ਵੀ ਮੂੰਹ ਕਾਲਾ ਹੁੰਦਾ। ਜਦੋਂ ਸਾਹਮਣੇ ਆਉਂਦੇ ਆ ਨਾ ਲੋਕਾਂ ਦੇ, ਪਤਾ ਤਾਂ ਲੱਗ ਹੀ ਜਾਂਦਾ ਵੀ ਫਲਾਣੇ ਨੇ ਚੁਗਲੀ ਕੀਤੀ, ਫਲਾਣੇ ਨੇ ਨਿੰਦਾ ਕੀਤੀ। ਜਦੋਂ ਉਦੋਂ ਹੀ ਉਹਨਾਂ ਨੂੰ ਥਿੱਥਾ ਪੈਣਾ ਪੈ ਜਾਂਦਾ। ਇਹੀ ਮੂੰਹ ਕਾਲਾ ਹੋਣਾ। ਤੇ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨ ਵਾਲੇ ਨਿੰਦਕ ਨੇ, ਫਿਰ ਉਹਨਾਂ ਦੀ ਕੀ ਹਾਲਤ ਹੋਣੀ? ਕਹਿੰਦੇ ਉਹਨਾਂ ਦਾ ਤਾਂ ਮੂੰਹ ਅੱਗੇ ਪਰਲੋਕ ਵਿੱਚ ਵੀ ਕਾਲਾ ਹੈ। ਦੋਹਾਂ ਜਹਾਨਾਂ ਵਿੱਚ ਉਹਨਾਂ ਦਾ ਮੂੰਹ ਕਾਲਾ ਹੁੰਦਾ। ਦੀਨ ਤੇ ਦੁਨੀਆ ਦਾ ਮਤਲਬ ਲੋਕ ਤੇ ਪਰਲੋਕ। ਨਿੰਦਕਾਂ ਦਾ ਮੂੰਹ ਦੋਹਾਂ ਜਹਾਨਾਂ ਵਿੱਚ ਕਾਲਾ ਹੁੰਦਾ ਹੈ। ਅੱਗੇ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਵਿੱਚ ਵੀ ਉਹਨਾਂ ਦੇ ਮੁਖ ਕਾਲੇ ਹਨ, ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦੇ। ਹਾਂਜੀ। ਧਨਾਸਰੇ ਮਹੱਲਾ ਪੰਜਵਾ
ਅਬ ਹਰ ਰਾਖਨ ਹਾਰ ਚਿਤਾਰਿਆ। ਰਾਗ ਧਨਾਸਰੀ ਚ ਪੰਜਵੇਂ ਪਾਤਸ਼ਾਹ ਜੀ ਅਗਲਾ ਸ਼ਬਦ ਉਚਾਰਦੇ ਨੇ, ਆਪ ਹਰ ਰਾਖਣ ਹਾਰ ਚਿਤਾਰਿਆ। ਮੈਂ ਜੋ ਰੱਖਣ ਵਾਲਾ ਪਰਮੇਸ਼ਰ ਹੈ, ਸਾਰੇ ਜਗਤ ਦੇ ਜੀਵਾਂ ਨੂੰ ਜਿਹੜੇ ਉਹਦੀ ਸ਼ਰਨ ਆਉਂਦੇ ਉਹਨਾਂ ਨੂੰ ਰੱਖਦਾ ਹੈ। ਉਸ ਰੱਖਣਹਾਰ ਰੱਬ ਨੂੰ, ਪਰਮੇਸ਼ਰ ਨੂੰ ਮੈਂ ਹੁਣ ਚੇਤੇ ਕੀਤਾ, ਉਸ ਨੂੰ ਯਾਦ ਕੀਤਾ, ਉਸ ਨੂੰ ਆਰਾਧਿਆ। ਉਹ ਰੱਖਦਾ ਹੈ, ਉਹਦੇ ਬਿਨਾਂ ਰੱਖਣ ਵਾਲਾ ਕੋਈ ਨਹੀਂ। ਸਾਰੇ ਜਗਤ ਦੇ ਜੀਵਾਂ ਨੂੰ ਇਹ ਗੱਲ ਆਪਣੇ ਹਿਰਦੇ 'ਚ ਸੁਨਿਸ਼ਚਿਤ ਕਰ ਲੈਣੀ ਚਾਹੀਦੀ ਹੈ ਕਿ ਪਰਮੇਸ਼ਰ ਤੋਂ ਬਿਨਾਂ ਸਾਨੂੰ ਕੋਈ ਰੱਖਣ ਵਾਲਾ ਨਹੀਂ। ਜਗਤ ਜਲੰਦਾ ਰੱਖ ਲੈ, 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 ਜਗਤ ਜਲੰਦਾ ਰੱਖ ਲੈ। ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ। ਪਰਮੇਸ਼ਰ ਦੀ ਰਖਵਾਲਾ ਹੈ। ਮੈਂ ਉਸ ਰੱਖਣਹਾਰੇ ਰੱਬ ਨੂੰ ਆਪਣੇ ਚਿੱਤ 'ਚ ਚੇਤੇ ਕੀਤਾ ਹੈ। ਪਤਤ ਪੁਨੀਤ ਕੀਏ ਖਿਨ ਭੀਤਰ। ਮੇਰਾ ਉਹ ਰੱਖਣਹਾਰ ਸੁਆਮੀ ਕੈਸਾ ਹੈ ਜਿਸ ਨੇ ਪਤਤਾਂ ਨੂੰ ਇੱਕ ਖਿਨ ਵਿੱਚ ਪੁਨੀਤ ਕਰ ਦਿੱਤਾ, ਛਣ ਭਰ ਵਿੱਚ ਹੀ ਪੁਨੀਤ ਕਰ ਦਿੱਤਾ। ਵੱਡੇ ਵੱਡੇ ਪਤਤ ਪਾਪੀਆਂ ਨੂੰ, ਕੌਡੇ ਵਰਗਿਆਂ ਨੂੰ ਛਿਨ ਭਰ 'ਚ ਹੀ ਮੁਕਤ ਕਰ ਦਿੱਤਾ। ਸੱਜਣ ਠੱਗ ਜਿਆਂ ਨੂੰ ਜਿਸ ਸੁਆਮੀ ਨੇ ਇੱਕ ਛਿਨ ਵਿੱਚ ਵੱਡੇ ਵੱਡੇ ਪਾਪੀਆਂ ਨੂੰ, ਪਤਤਾਂ ਨੂੰ ਪੁਨੀਤ ਕਰ ਦਿੱਤਾ ਹੈ। ਸਗਲਾ ਰੋਗ ਬਿਦਾਰਿਆ। ਜਿਹੜੇ ਰੋਗ ਲੱਗੇ ਹੋਏ ਸਨ ਉਹਨਾਂ ਨੂੰ, ਈਰਖਾ, ਵਖੀਲੀ, ਦਵੈਸ਼ ਦੇ, ਕਾਮ, ਕ੍ਰੋਧ ਆਦਿਕ ਜਿੰਨੇ ਰੋਗ ਸਨ, ਇਹ ਸਾਰੇ ਰੋਗ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਿਦਾਰ ਦਿੱਤੇ ਨੇ, ਨਿਵਾਰ ਦਿੱਤੇ ਨੇ। ਸਾਰਿਆਂ ਰੋਗਾਂ ਤੋਂ ਰਹਿਤ ਕਰ ਦਿੱਤਾ ਹੈ। ਐਸੇ ਸੁਆਮੀ ਨੂੰ ਮੈਂ ਚਿਤਾਰਿਆ, ਯਾਦ ਕੀਤਾ ਹੈ। ਰਹਾਉ ਗੋਸ਼ਟ ਭਏ ਸਾਧਕੈ ਸੰਗਮ, ਕਾਮ ਕ੍ਰੋਧ ਲੋਭ ਮਾਰਿਆ। ਕਹਿੰਦੇ ਜਿੱਥੇ ਸਾਧ ਸੰਗਤ ਹੁੰਦੀ ਉੱਥੇ ਰੱਬ ਦੀ ਗੋਸ਼ਟ ਹੁੰਦੀ ਹੈ, ਪਰਮੇਸ਼ਰ ਦੀ ਗੋਸ਼ਟ ਹੁੰਦੀ ਹੈ, ਨਿਰੰਕਾਰ ਦੀ ਗੋਸ਼ਟੀ ਹੁੰਦੀ ਹੈ। ਕਾਮ ਕ੍ਰੋਧ ਲੋਭ ਮਾਰਿਆ। ਜਿਸ ਗੋਸ਼ਟੀ ਦੁਆਰਾ ਸਾਧ ਸੰਗਤ ਵਿੱਚ ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਨੇ, ਲੋਭ ਆਦਿਕ, ਇਹਨਾਂ ਸਾਰੇ ਵਿਕਾਰਾਂ ਨੂੰ ਅਸੀਂ ਆਪਣੇ ਅੰਦਰੋਂ ਮਾਰ ਦਿੱਤਾ ਹੈ। ਇਹਨਾਂ ਸਾਰੇ ਵਿਕਾਰਾਂ ਤੋਂ ਅਸੀਂ ਰਹਿਤ ਹੋ ਗਏ ਹਾਂ। ਸਾਧ ਸੰਗਤ ਵਿੱਚ ਆ ਕੇ, ਸਾਧ ਸੰਗਤ ਦੀ ਗੋਸ਼ਟੀ ਦੇ ਵਿੱਚ ਅਸੀਂ ਇਹਨਾਂ ਸਾਰੇ ਵਿਕਾਰਾਂ ਨੂੰ ਮਾਰ ਮੁਕਾਇਆ ਹੈ। ਸਿਮਰ ਸਿਮਰ ਪੂਰਨ ਨਾਰਾਇਣ, ਸੰਗੇ ਸਗਲੇ ਤਾਰਿਆ। ਕਹਿੰਦੇ ਸਿਮਰੋ ਉਸ ਨਾਰਾਇਣ ਨੂੰ, ਸਿਮਰੋ। ਜਿਹੜੇ ਉਹਨੂੰ ਸਿਮਰਦੇ ਨੇ ਉਹਨਾਂ ਦੇ ਤਾਂ ਸੰਗੀ ਵੀ ਤਾਰ ਦਿੱਤੇ ਮਹਾਰਾਜ ਜੀ ਨੇ, ਉਹ ਆਪ ਤਾਂ ਤਰਨਗੇ ਹੀ। ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਜਿਹੜੇ ਰੱਬ ਦੇ ਪਿਆਰੇ ਨੇ, ਕਹਿੰਦੇ ਉਹਨਾਂ ਦੇ ਤਾਂ ਸੰਗੀ ਵੀ ਤਾਰ ਦਿੱਤੇ ਮਹਾਰਾਜ ਜੀ ਨੇ, ਉਹਨਾਂ ਦੇ ਸੰਗੀਆਂ ਨੂੰ ਵੀ ਪਾਰ ਉਤਾਰ ਦਿੱਤਾ। ਔਖਦ ਮੰਤਰ ਮੂਲ ਮਨ ਏਕੈ, ਮਨ ਵਿਸ਼ਵਾਸ ਪ੍ਰਭ ਧਾਰਿਆ। ਕਹਿੰਦੇ ਕੇਵਲ ਗੁਰੂ ਕਾ ਮੰਤਰ ਹੀ ਸਾਡੇ ਲਈ ਸਾਰੀਆਂ ਬਿਮਾਰੀਆਂ ਦੀ ਔਸ਼ਧੀ ਹੈ, ਔਖਦ ਹੈ।
ਸਾਡੇ ਮਨ ਦਾ ਅਗਰ ਕੋਈ ਇਲਾਜ ਹੈ, ਸਾਡੇ ਮਨ ਦੀ ਕੋਈ ਦਵਾਈ ਹੈ ਇਸ ਨੂੰ ਇਕਾਗਰ ਕਰਨ ਲਈ, ਤਾਂ ਉਹ ਗੁਰੂ ਦਾ ਮੰਤਰ ਹੈ। ਇਹੀ ਵਿਸ਼ਵਾਸ ਮੈਂ ਆਪਣੇ ਮਨ 'ਚ ਧਾਰਿਆ, ਕਿਉਂਕਿ ਜਿਨ੍ਹਾਂ ਅੰਦਰ ਵਿਸ਼ਵਾਸ ਹੈ ਗੱਲ ਉਹਨਾਂ ਦੀ ਬਣਨੀ। ਜਾ ਕਾ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਸ ਦੇ ਹਿਰਦੇ 'ਚ ਵਿਸ਼ਵਾਸ ਹੈ, ਤਤ ਗਿਆਨ ਉਹਨਾਂ ਅੰਦਰ ਹੀ ਜਾਗਣਾ। ਵਿਸ਼ਵਾਸ ਵਾਲਿਆਂ ਦੇ ਬੇੜੇ ਬੰਨੇ ਹਨ। ਚਾਰਨ ਰੇਨ ਬਾਂਛੈ ਨਿਤ ਨਾਨਕ, ਪੁਨਹ ਬਲਿਹਾਰਿਆ। ਪਾਤਸ਼ਾਹ ਕਹਿੰਦੇ ਮੈਂ ਸਾਹਿਬ ਦੇ ਪਿਆਰਿਆਂ ਦੇ ਚਰਨਾਂ ਦੀ ਰੇਣ ਧੂੜੀ ਮੰਗਦਾ ਹਾਂ, ਔਰ ਉਹਨਾਂ ਤੋਂ ਵਾਰ-ਵਾਰ ਬਲਿਹਾਰ ਜਾਂਦਾ ਹਾਂ, ਵਾਰ-ਵਾਰ ਬਲਿਹਾਰ ਜਾਂਦਾ। ਸਤਿਗੁਰੂ ਜੀ ਕਿਰਪਾ ਕਰਨ, ਭਜਨ ਦਾ ਰੰਗ, ਸਾਧ ਦਾ ਸੰਗ, ਇਹ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਨ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।